ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕਾ ਸੰਗ ਚਿਤ ਆਵੈ ਨਾਉ। ਅਪਾਰ ਗੁਰੂ ਬਖਸ਼ਿਸ਼ਾਂ ਦੇ ਪਾਤਰ ਗੁਰੂ ਘਰ ਦੇ ਅਨੰਨ ਸਿੱਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਨਿਰਮਲ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਜੀ ਚੈਰੀਟੇਬਲ ਟਰਸਟ ਡੇਰਾ ਦਰੜ ਕਰਨਾਲ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਬੈਠੇ ਸਮੂਹ ਸਤ ਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਵਡਭਾਗੜੇ ਹੋ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ गुरु के प्यारे और गुरु के अनंत सिख ब्रह्म ज्ञानी बाबा बुढ़ा साहिब जी का जन्म दिहाड़ा मनाउण का शुभ अवसर प्राप्त होया है। सतगुरां की कृपा के नाल आपां इस रंग रतड़ी रूह के जीवन के विचों कुछ न कुछ इतिहासक तत्थ सांझे करन का यतन करांगे, क्योंकि मैं आरंभ विच ही बेनती कर देवां मेरे पातशाह के प्यारे बोल ने मन्ने की गत कही ना जाए जे को कहे पीछे पछताए। जिन्होंने उस वाहिगुरू अकाल पुरख जी को सत करके मन लिया है और जिन्होंने अपने जीवन का आधार बना लिया है, असी उन्हां दी अंदरूनी अवस्था ते की बहरूनी अवस्था नूं भी मुकम्मल रूप विच बयान नहीं कर सकते। ठीक है, असी कई बार बुलारे लोग कह दिंने हैं मैनू पूरा समा नहीं मिलिया, जिस कारण करके मैं आप जी नूं मुकम्मल जानकारी नहीं दे पाया। परंतु सच गुरमुखो ये हुंदा है, सानू इंज लगदा है जिवें थोड़ी देर जाके आसमान धरती नाल लग गया है, पर जदों असी तुरदे हाँ ते तुरदियां जाके फिर देखदे ते आसमान उन्ना ही उच्चा सी जिन्ना जिस जगह तो असी चले सी। इस वास्ते असी ऐसियां रब्बी रंग विच रत्तियां होईयां रूहां दे जीवन नूं कदे बयान नहीं कर सकते। केवल उन्हां दे सिरजे होए जीवन दे विचों उन्हां दीयां पाईयां होईयां पैड़ां दे विचों कुछ इतिहासक तत्थ जिहड़े ने उन्हां नूं इकत्तर करन दी कोशिश जरूर कर सकते हाँ। आओ विचारां दी लड़ी नूं आरंभ करते हाँ। जिला अमृतसर के अंदर घुग वसदा नगर है कत्थू नंगल, और इस कत्थू नंगल के वसनीक ने जिमींदार भाई सुग्गा जी रंधावा, और तिन्हां दे गृह विखे सन्मानयोग माता गौरा जी की कुख तो सन 1506 दे विच एक होनहार बाल ने जन्म लिया। माँ बाप ने बड़े प्यार दे नाल बड़े चाव दे नाल इस बालक का नाम धरिया बूढ़ा। अजे इस बालक की आजू मसा 5 साल की सी जदों तिन्हां दे सन्मानयोग पिता सुग्गा रंधावा जी
ਰਾਵੀ ਦਰਿਆ ਦੇ ਕੰਢੇ ਜਾ ਵਸੇ। ਗੁਰਮੁਖੋ ਜਿਵੇਂ ਜਿਵੇਂ ਸਰੀਰਕ ਆਜੂ ਵਿੱਚ ਵਾਧਾ ਹੋਇਆ ਤੇ ਇਹ ਬਾਲਕ ਬੂੜਾ ਆਪਣੇ ਸਿਆਣੇ ਹਾਣੀਆਂ ਦੇ ਨਾਲ ਪਸ਼ੂ ਚਾਰਨ ਜਾਣ ਲੱਗਿਆ। ਜੋ ਰਾਵੀ ਦਰਿਆ ਦੀ ਚਰਾਨ ਸੀ, ਉੱਥੇ ਪਸ਼ੂਆਂ ਨੂੰ ਚਾਰਨ ਵਾਸਤੇ ਜਾਣਾ। ਉਹਨਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਦੁਹਾਈ ਸੀ। ਹਰ ਪਾਸੇ ਗੁਰੂ ਨਾਨਕ ਦੀ ਸੋਭਾ, ਹਰ ਪਾਸੇ ਵਡਿਆਈ ਪਸਰੀ ਹੋਈ ਸੀ। ਔਰ ਘਰ ਦੇ ਵਿੱਚ ਵੀ ਸਨਮਾਨਯੋਗ ਪਿਤਾ ਸੁੱਗਾ ਰੰਧਾਵਾ ਜੀ ਦੇ ਅਤੇ ਮਾਤਾ ਗੌਰਾਂ ਜੀ ਦੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਸੁਣਨਾ। ਜਿਵੇਂ ਆਪਣੇ ਮਾਤਾ ਪਿਤਾ ਜੀ ਦੇ ਪਾਸੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੋਭਾ ਵਡਿਆਈ ਨੂੰ ਸ਼ਰਵਣ ਕਰਨਾ, ਤੇਵੇਂ ਹੀ ਆਪਣੇ ਹਾਣੀਆਂ ਦੇ ਨਾਲ ਪਸ਼ੂ ਚਾਰਦਿਆਂ ਹੋਇਆਂ ਜਦੋਂ ਬੈਠ ਜਾਣਾ ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਵਾਕਫ ਕਰਵਾਉਣਾ। ਔਰ ਸੰਗਤਾਂ ਜਿਹੜੀਆਂ ਸੀ ਰੋਜ਼ਾਨਾ ਬੜੇ ਨੇਮ ਦੇ ਨਾਲ ਕਰਤਾਰਪੁਰ ਜਾਂਦੀਆਂ ਸਨ। ਗੁਰਮੁਖੋ ਇੱਕ ਕਰਤਾਰਪੁਰ ਦੁਆਬੇ ਦੇ ਵਿੱਚ ਹੈ ਜੋ ਜਲੰਧਰ ਦੇ ਨਾਲ ਹੈ, ਔਰ ਇੱਕ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਹੈ ਜੋ ਗੁਰੂ ਨਾਨਕ ਸਾਹਿਬ ਦੀ ਵਸਾਈ ਹੋਈ ਨਗਰੀ ਹੈ। ਉਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਠਾਰ ਰਹੇ ਸਨ। ਦੂਰ ਦਰਾਡੇ ਤੋਂ ਸੰਗਤਾਂ ਜਾਂਦੀਆਂ ਸਨ ਤੇ ਕਈ ਵਾਰ ਮਨ ਦੇ ਅੰਦਰ ਇੱਕ ਵਿਚਾਰ ਪੈਦਾ ਹੋਣੀ, ਉਹ ਦਿਨ ਕਦੋਂ ਆਵੇਗਾ, ਉਹ ਸੁਭਾਗੜਾ ਸਮਾਂ ਕਦੋਂ ਆਵੇਗਾ ਜਦੋਂ ਮੈਨੂੰ ਵੀ ਉਸ ਨਿਰੰਕਾਰੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਔਰ ਪਿਆਰ ਦੀ ਪ੍ਰਾਪਤੀ ਹੋ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਿਆਰੇ ਬੋਲ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਸਿੱਖ ਦੇ ਮਨ ਦੇ ਅੰਦਰ ਚਾਉ ਹੁੰਦਾ ਹੈ ਨਾ ਆਪਣੇ ਗੁਰੂ ਨੂੰ ਮਿਲਣ ਲਈ, ਤੇ ਗੁਰੂ ਕਰੋੜਾਂ ਕਦਮ ਅੱਗੇ ਵੱਧ ਕੇ ਆਪਣੇ ਸਿੱਖ ਨੂੰ ਕਲਾਵੇ ਵਿੱਚ ਲੈਂਦਾ ਹੈ। ਮੈਂ ਇਹਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਦੁਆਰਾ ਸਾਂਝਾ ਕਰਿਆ ਕਰਦਾ, ਕਿਉਂਕਿ ਮੈਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ। ਜੋ ਕੁਝ ਅਸੀਂ ਪਰਿਵਾਰਾਂ ਵਿੱਚ ਦੇਖਦੇ ਹਾਂ, ਆਪਣੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਬੱਚਾ ਖੇਡਦਾ ਹੋਵੇ ਤੇ ਪਰਿਵਾਰ ਦੇ ਮੈਂਬਰ ਉਸ ਨੂੰ ਪੁਚਕਾਰਦੇ ਨੇ, ਕੋਈ ਲਾਲਚ ਦਿੰਦੇ ਨੇ ਕਿ ਮੇਰੇ ਵੱਲ ਨੂੰ ਆ। ਬੱਚੇ ਲਈ ਡਿਸਾਈਡ ਕਰਨਾ ਕਾਫੀ ਔਖਾ ਹੋ ਜਾਂਦਾ ਹੈ, ਪਰ ਫਿਰ ਵੀ ਉਹ ਫੈਸਲਾ ਲੈ ਲੈਂਦਾ ਹੈ। ਉਹ ਪਰਿਵਾਰ ਦੇ ਇੱਕ ਮੈਂਬਰ ਦੀ ਚੋਣ ਕਰਦਾ ਹੈ ਤੇ ਜਿਹੜੇ ਮੈਂਬਰ ਦੀ ਚੋਣ ਕਰਦਾ ਹੈ ਉਹਦੇ ਵਾਲੇ ਪਾਸੇ ਨੂੰ ਦੌੜ ਕੇ ਜਾਂਦਾ ਔਰ ਬੜਾ ਖੁਸ਼ ਹੋ ਕੇ ਜਾਂਦਾ ਹੈ। ਤੇ ਜਿਹੜੇ ਪਰਿਵਾਰ ਦੇ ਮੈਂਬਰ ਦੀ ਚੋਣ ਕਰਦਾ ਹੈ, ਸੱਚਮੁੱਚ ਜੇ ਬੱਚਾ ਹੱਸਦਾ ਹੋਇਆ ਉਹਦੇ ਵੱਲ ਨੂੰ ਜਾਂਦਾ ਹੈ ਤੇ ਉਹ ਵੀ ਅਗਲੇ ਪਾਸੋਂ ਦੋਵੇਂ ਬਾਹਾਂ ਖਿਲਾਰ ਲੈਂਦਾ ਹੈ ਤੇ ਨਾਲ ਹੀ ਕਹਿੰਦਾ ਹੈ, ਪੁੱਤ ਸੱਜੇ ਆਈ ਕਿਤੇ ਸੱਟ ਨਾ ਲੱਗ ਜਾਵੇ। ਕੱਲਾ ਬੱਚੇ ਦੇ ਮਨ ਵਿੱਚ ਚਾਅ ਨਹੀਂ ਹੈ ਕਿ ਮੈਂ ਇਸ ਪਰਿਵਾਰ ਦੇ ਮੈਂਬਰ ਦੀ ਗੋਦ ਵਿੱਚ ਬੈਠਣਾ ਹੈ, ਗਲਵੱਕੜੀ ਵਿੱਚ ਜਾਣਾ ਹੈ। ਜਿਹਦੀ ਗਲਵੱਕੜੀ ਵਿੱਚ ਜਾਣਾ ਹੈ ਉਹਦੇ ਮਨ ਦੇ ਅੰਦਰ ਵੀ ਚਾਅ ਹੁੰਦਾ ਹੈ। ਜਾਂ ਅਸੀਂ ਇੰਝ ਸਮਝ ਸਕਦੇ ਹਾਂ ਕਿ ਮੈਗਨੇਟ ਦਾ ਸੁਭਾਅ ਹੁੰਦਾ ਹੈ ਲੋਹੇ ਨੂੰ ਆਪਣੇ ਵੱਲ ਖਿੱਚਣਾ, ਔਰ ਜਿਵੇਂ ਜਿਵੇਂ ਅਸੀਂ ਚੁੰਬਕ ਦੇ ਨੇੜੇ ਲੋਹੇ ਦੀ ਛੜ ਨੂੰ ਕਰੀ ਜਾਂਦੇ ਹਾਂ ਤੇ ਉਹਦੀ ਖਿੱਚਣ ਸ਼ਕਤੀ ਵੱਧਦੀ ਜਾਂਦੀ ਹੈ। ਪਰ ਜਦੋਂ ਐਨ ਥੋੜਾ ਨੇੜੇ ਆ ਜਾਵੇ ਤੇ ਚੁੰਬਕ ਇੱਕਦਮ ਖਿੱਚ ਕੇ ਆਪਣੇ ਨਾਲ ਜੋੜ ਲੈਂਦੀ ਹੈ। ਇਸੇ ਤਰ੍ਹਾਂ ਸਿੱਖ ਦੇ ਮਨ ਦੇ ਅੰਦਰ ਜਦੋਂ ਆਪਣੇ ਗੁਰੂ ਨੂੰ ਮਿਲਣ ਦਾ ਚਾਅ ਪੈਦਾ ਹੁੰਦਾ ਹੈ, ਰੀਝ ਪੈਦਾ ਹੁੰਦੀ ਹੈ, ਤੇ ਵਾਹਿਗੁਰੂ ਆਪ ਕਿਰਪਾ ਕਰਕੇ ਆਪਣੇ ਸਿੱਖ ਨੂੰ ਕਲਾਵੇ ਚ ਲੈਂਦਾ ਹੈ। ਜਗਤ ਜਲੰਦੇ ਨੂੰ ਠਾਰਦਿਆਂ ਹੋਇਆਂ, ਨਾਮ ਦਾ ਛੱਟਾ ਦਿੰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਸਹਿਤ ਰਮਦਾਸ ਨਗਰ ਦੀ ਬਾਹਰਲੀ ਜੂਹ ਵਿੱਚ ਆਉਂਦੇ ਨੇ, ਜਿੱਥੇ ਕੁਝ ਵਾਗੀ ਜਿਹੜੇ ਨੇ ਉਹ ਪਸ਼ੂ ਚਾਰ ਰਹੇ ਨੇ। ਇੱਥੇ ਇੱਕ ਬੇਨਤੀ ਕਰ ਦੇਵਾਂ, ਕਿਉਂਕਿ ਜਿਨ੍ਹਾਂ ਨੇ ਸਿੱਖ ਪੰਥ ਦੇ ਮਹਾਨ ਵਿਦਵਾਨ ਕਾਹਨ ਸਿੰਘ ਨਾਭਾ ਜੀ ਨੂੰ ਪੜ੍ਹਿਆ ਹੈ, ਔਰ ਉਹਨਾਂ ਦੀ ਵਿਚਾਰ ਇਹ ਹੈ ਕਿ ਬਾਬਾ ਬੁੱਢਾ ਜੀ ਦਾ ਪਹਿਲਾ ਮਿਲਾਪ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੱਥੂ ਨੰਗਲ ਦੀ ਜੂਹ ਵਿੱਚ ਹੋਇਆ ਸੀ। ਪਰੰਤੂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਭਾਗ ਦੂਜਾ ਹੈ, ਜਾਂ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਦੇ ਵਾਰਸ ਬਣੇ ਸਨ ਮਹੰਤ ਰਾਘੋ ਦਾਸ, ਜਿਨ੍ਹਾਂ ਨੇ ਬਾਅਦ ਵਿੱਚ ਅੰਮ੍ਰਿਤਪਾਨ ਕਰ ਲਿਆ, ਤਿਨਾਂ ਦਾ ਨਾਂ ਪਿਆ ਸੀ ਸਰਦਾਰ ਰਘਬੀਰ ਸਿੰਘ। ਇਹ ਮੈਜਿਸਟ੍ਰੇਟ ਵੀ ਹੋਏ ਨੇ।
ਇਹਨਾਂ ਨੇ ਇੱਕ ਪੁਸਤਕ ਲਿਖਵਾਈ ਸੀ ਜਨਮ ਸਾਖੀ ਬਾਬਾ ਬੁੱਢਾ ਜੀ। ਔਰ ਉਸ ਜਨਮ ਸਾਖੀ ਦੇ ਅੰਦਰ ਸੰਕੇਤ ਦਿੱਤਾ ਹੈ ਕਿ ਬਾਬਾ ਬੁੱਢਾ ਜੀ ਦਾ ਪਹਿਲਾ ਮਿਲਾਪ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਮਦਾਸ ਨਗਰ ਦੀ ਬਾਹਰਲੀ ਜੂਹ ਵਿੱਚ ਹੋਇਆ। ਕਿਉਂਕਿ ਕਈ ਵਾਰ ਹੁੰਦਾ ਹੈ ਭਾਈ ਸਾਹਿਬ ਸ਼ਾਇਦ ਆਪਣੇ ਕੋਲੋਂ ਇਹ ਕੋਈ ਵਿਚਾਰ ਦੇ ਗਏ ਹੋਣ। ਔਰ ਜਦੋਂ ਪਹਿਲਾ ਮਿਲਾਪ ਹੋਇਆ ਤੇ ਕੁਝ ਵਾਗੀ ਜਿਹੜੇ ਨੇ ਪਸ਼ੂਆਂ ਨੂੰ ਚਾਰਨ ਵਾਲੇ, ਪਸ਼ੂ ਭਾਵੇਂ ਆਪਣੇ ਹੋਣ ਤੇ ਭਾਵੇਂ ਕਿਸੇ ਮਾਲਕ ਦੇ ਹੋਣ, ਜਿਹੜਾ ਪਸ਼ੂਆਂ ਨੂੰ ਚਾਰਦਾ ਹੈ, ਵੱਗ ਨੂੰ ਚਾਰਦਾ ਹੈ, ਉਹਨੂੰ ਵਾਗੀ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਇਹਨਾਂ ਬੱਚਿਆਂ ਨੂੰ ਬੁਲਾਓ। ਜਦੋਂ ਬੁਲਾਇਆ ਗਿਆ, ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨੈਣ ਮੁੰਦੇ ਹੋਏ ਨੇ, ਹੋਠਾਂ ਦੇ ਵਿੱਚੋਂ ਬੜੀ ਪਿਆਰੀ ਆਵਾਜ਼ ਆਉਂਦੀ ਹੈ, ਕਾਕਾ ਤੇਰਾ ਨਾਮ ਕੀ ਹੈ? ਸਾਰੇ ਹਾਣੀ ਇੱਕ ਦੂਜੇ ਵੱਲ ਦੇਖਣ ਲੱਗ ਪਏ। ਪਰੰਤੂ ਇਸ ਹੋਣਹਾਰ ਬਾਲਕ ਨੇ ਕਿਹਾ ਜੀ ਬੂੜਾ। ਤੁਹਾਡੇ ਪਿਤਾ ਦਾ ਨਾਮ? ਜੀ ਸੁੱਗਾ। ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ? ਜੀ ਮੇਰਾ ਜਨਮ ਪਿੰਡ ਕੱਥੂ ਨੰਗਲ ਹੋਇਆ ਹੈ, ਪਰੰਤੂ ਹੁਣ ਅਸੀਂ ਇਹ ਜੋ ਛੱਪਰ ਨੇ, ਕਿਉਂਕਿ ਉਸ ਵੇਲੇ ਅਜੇ ਨਗਰ ਨਹੀਂ ਸੀ ਵਸਿਆ, ਇਹ ਛੱਪਰ ਜਿਹੜੇ ਨੇ ਸਾਡੇ ਨੇ। ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ, ਜਾਓ ਆਪਣੇ ਪਸ਼ੂਆਂ ਨੂੰ ਸੰਭਾਲੋ। ਸਾਰੇ ਹਾਣੀ ਆਪਣੇ ਪਸ਼ੂਆਂ ਵੱਲ ਨੂੰ ਚੱਲ ਪਏ, ਪਰੰਤੂ ਬਾਲਕ ਬੂੜਾ ਬਾਰ-ਬਾਰ ਵਾਪਸ ਦੇਖਦਾ ਹੈ। ਇਹ ਜ਼ਰੂਰ ਉਹੀ ਗੁਰੂ ਨਾਨਕ ਸਾਹਿਬ ਹੋਣਗੇ ਜਿਨ੍ਹਾਂ ਦੀ ਵਡਿਆਈ ਪਿਤਾ ਜੀ ਔਰ ਅੰਮਾ ਜੀ ਕਰਦੇ ਨੇ। ਇਹਨਾਂ ਦੇ ਚਿਹਰੇ ਦਾ ਰੂਹਾਨੀਅਤ ਖੇੜਾ ਜਿਹੜਾ ਹੈ ਮੈਨੂੰ ਇਹ ਪ੍ਰਤੀਤ ਕਰਵਾਉਂਦਾ ਹੈ। ਔਰ ਭਾਈ ਸਾਹਿਬ ਪੀਰ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਤੁਰੰਤ ਉਤਰਿਆ ਖੂਹੇ ਅੰਦਰ, ਟਿੰਡ ਖੋਲ ਇੱਕ ਲਿਆਇਆ, ਰੱਖੀ ਉਹ ਸੰਭਾਲ ਪਾਸ ਹੀ, ਫਿਰ ਇੱਕ ਗਊ ਲਿਆਇਆ। ਵੈਸੇ ਕਿਸੇ ਵਿਦਵਾਨ ਨੇ ਕਿਹਾ ਉਹ ਆਪਣੇ ਘਰ ਦੇ ਵਿੱਚੋਂ ਮੱਖਣ ਚੋਰੀ ਕਰਕੇ ਲੈ ਗਏ, ਕਿਸੇ ਨੇ ਕਿਹਾ ਮਾਤਾ ਜੀ ਤੋਂ ਚੋਰੀ ਦੁੱਧ ਲੈ ਗਏ, ਪਰੰਤੂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਵਿਚਾਰ ਜਿਹੜੀ ਇਹ ਕਾਫੀ ਅਥੈਂਟਿਕ ਹੈ। ਕਹਿੰਦੇ ਜੋ ਹਰਟ ਸੀ, ਹਰਟ ਦੀ ਮਾਲ ਨਾਲੋਂ ਇੱਕ ਟਿੰਡ ਖੋਲੀ, ਇੱਕ ਲਵੇਰੀ ਗਊ ਦਾ ਦੁੱਧ ਚੋਇਆ ਤੇ ਉਸ ਦੁੱਧ ਨੂੰ ਲਿਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤਾ। ਔਰ ਸਤਿਗੁਰਾਂ ਦੇ ਨੈਣ ਮੁੰਦੇ ਹੋਏ ਨੇ, ਅੰਤਰਾਤਮ ਸੁਰਤ ਜੁੜੀ ਹੋਈ ਹੈ। ਜਿਸ ਵੇਲੇ ਇਹ ਮੁੰਦੇ ਹੋਏ ਨੈਣ ਕਮਲ ਦੇ ਫੁੱਲ ਦੀ ਪੰਖੜੀਆਂ ਦੀ ਤਰ੍ਹਾਂ ਖਿੜਦੇ ਨੇ ਤੇ ਹੋਠਾਂ ਵਿੱਚੋਂ ਆਵਾਜ਼ ਆਉਂਦੀ ਹੈ, ਜਿਹਦੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ, ਉੱਠ ਬੈਠੇ ਗੁਰਦੀਨ ਦਿਆਲੂ, ਸਿਰ ਉਚਾਈ ਕੇ ਬੋਲੇ, ਹੇ ਬਾਲਕ ਕੀ ਚਾਹੇ ਸਾਥੋਂ, ਕੀ ਵਸਤ ਤੂੰ ਟੋਲੇ। ਤੇ ਅਰਜ਼ ਕੀਤੀ ਸੀ ਪਾਤਸ਼ਾਹ ਜੀ ਮੇਰਾ ਜਨਮ ਮਰਨ ਦਾ ਗੇੜ ਕੱਟ ਦਿਓ, 84 ਦੇ ਬੰਧਨ ਕੱਟ ਦਿਓ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਾਕਾ ਇਹ ਤੇਰੇ ਮਨ ਦੇ ਵਿੱਚ ਵਿਚਾਰ ਕਿਵੇਂ ਆ ਗਈ? ਕਿਉਂਕਿ ਆਪਾਂ ਤਕਰੀਬਨ ਦੇਖਦੇ ਆ ਨਾ, ਕਈ ਵਾਰਾਂ ਅਸੀਂ ਵਡੇਪੇ ਵਿੱਚ ਜ਼ਿੰਦਗੀ ਨੂੰ ਗੁਜ਼ਾਰ ਰਹੇ ਹੁੰਦੇ ਆ, ਪਰ ਫਿਰ ਵੀ ਨਹੀਂ ਸਾਨੂੰ ਪਤਾ ਹੁੰਦਾ ਅਸੀਂ ਇਸ ਮਨੁੱਖੀ ਜੀਵਨ ਨੂੰ ਸਵਾਰਨਾ ਹੈ। ਅਸੀਂ ਵਡੇਪੇ ਵਿੱਚ ਆਣ ਕੇ ਵੀ ਬਚਕਣਿਆਂ ਵਾਲੀਆਂ ਗੱਲਾਂ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਕਾਕਾ ਤੈਨੂੰ ਇਹ ਸਮਝ ਕਿਵੇਂ ਪਈ? ਵਿਦਵਾਨਾਂ ਦੀ ਵਿਚਾਰ ਹੈ ਕਿ ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਜੀ ਇੱਕ ਵਾਰ ਸਾਡੇ ਪਿੰਡ ਪਠਾਣਾਂ ਦੀ ਫੌਜ ਨੇ ਉਤਾਰਾ ਕੀਤਾ ਸੀ ਤੇ ਇਸ ਫੌਜ ਦੀ ਟੁਕੜੀ ਨੇ ਪੱਕੀਆਂ ਫਸਲਾਂ ਦੇ ਨਾਲ-ਨਾਲ ਕੱਚੀਆਂ ਵੀ ਵੱਢ ਲਈਆਂ। ਇੱਕ ਤੇ ਉਦੋਂ ਤੋਂ ਬਣ ਗਿਆ ਕਿ ਰੱਬ ਜਾਣੇ ਮੌਤ ਕਦੋਂ ਆ ਜਾਵੇ, ਤੇ ਦੂਸਰੀ ਸੋਝੀ ਉਦੋਂ ਮਿਲੀ ਜਦੋਂ ਮੇਰੇ ਸਨਮਾਨਯੋਗ ਮਾਤਾ ਜੀ ਨੇ ਸਾਨੂੰ ਬਾਲਣ ਇਕੱਠਾ ਕਰਨ ਵਾਸਤੇ ਭੇਜਿਆ। ਤੇ ਜਦੋਂ ਅਸੀਂ ਲੱਕੜਾਂ ਲੈ ਕੇ ਘਰ ਆਏ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਛੋਟੀਆਂ ਲੱਕੜਾਂ ਜਿਹੜੀਆਂ ਸੀ ਉਹਨਾਂ ਨੂੰ ਤੋੜਿਆ ਔਰ ਚੁੱਲ੍ਹੇ ਦੇ ਵਿੱਚ ਚੁੱਭਾ ਲਾ ਦਿੱਤਾ। ਇੱਥੋਂ ਵੀ ਇੰਜ ਹੋਇਆ ਹੈ, ਕੀ ਪਤਾ ਹੈ ਮੌਤ ਕਦੋਂ ਆ ਜਾਵੇ, ਵਡੇਪੇ ਵਿੱਚ ਜਾਂ ਬਚਪਨ ਵਿੱਚ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਕਾਕਾ ਉਮਰ ਤੇਰੀ ਬੱਚਿਆਂ ਵਾਲੀ ਹੈ, ਪਰ ਸੱਚਮੁੱਚ ਗਿਆਨ ਸਮਝ ਦੇ ਪੱਖ ਤੋਂ ਤੂੰ ਬੁੱਢਾ ਹੈ। ਮੈਂ ਤੁਹਾਡੀ ਭਾਸ਼ਾ ਵਿੱਚ ਗੱਲ ਕਰਾਂ, ਜ਼ਿਆਦਾਤਰ ਅਸੀਂ ਬੁੱਢੇ ਨੂੰ ਹਿੰਦੀ ਦੇ ਵਿੱਚ ਬੂੜਾ ਕਹਿੰਦੇ ਹਾਂ, ਬੂੜਾ। ਔਰ ਬੁੱਢਾ ਬੂੜਾ ਸ਼ਬਦ ਇੱਕ ਨੇ, ਇਹਦੇ ਅਰਥ ਕੀ ਹੁੰਦੇ ਨੇ? ਬੁੱਢੇ ਦਾ ਅਰਥ ਹੁੰਦਾ ਹੈ ਸਿਆਣਾ, ਅਕਲ ਵਾਲਾ, ਦਾਨਸ਼ਮੰਦ। ਔਰ ਇਸ ਦਿਨ ਤੋਂ ਇਸ ਬਾਲਕ ਬੂੜੇ ਦਾ ਨਾਂ ਬੁੱਢਾ ਜੀ ਪ੍ਰਚਲਿਤ ਹੋ ਗਿਆ। ਤੇਰੇ ਕਾਲਾਂ ਪੈ ਗਈਆਂ, ਹਨੇਰਾ ਪਾਸ ਰਿਹਾ ਸੀ।
ਭਾਈ ਸੁੱਗਾ ਰੰਧਾਵਾ ਜੀ ਨੇ ਪੁੱਛਿਆ, ਪੁੱਤਰ ਕੀ ਗੱਲ ਅੱਜ ਹਨੇਰਾ ਹੋ ਗਿਆ ਹੈ? ਨਹੀਂ ਪਿਤਾ ਜੀ, ਅੱਜ ਤਾਂ ਚਾਨਣ ਹੋ ਗਿਆ ਹੈ। ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ? ਹਾਂ ਪਿਤਾ ਜੀ, ਅੱਜ ਮੈਨੂੰ ਉਸ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋ ਗਏ ਨੇ, ਜਿਸ ਗੁਰੂ ਨਾਨਕ ਸਾਹਿਬ ਦੀ ਵਡਿਆਈ ਤੁਸੀਂ ਤੇ ਅੰਮਾ ਜੀ ਕਰਦੇ ਹੋ। ਮਾਂ ਨੇ ਝੱਟ ਦੇਣੀ ਕੀਤੀ ਕਿ ਪਿਤਾ ਜੀ, ਮੈਂ ਉਸ ਗੁਰੂ ਨਾਨਕ ਸਾਹਿਬ ਦੇ ਪਾਸੋਂ ਸਿੱਖੀ ਦੀ ਦਾਤ ਵੀ ਲੈ ਲਈ ਹੈ। ਮਾਂ ਚੌਂਕੇ 'ਚ ਕੰਮ ਕਰ ਰਹੀ ਸੀ, ਉੱਥੇ ਹੀ ਕੰਮ ਛੱਡ ਦਿੱਤਾ। ਆਣ ਕੇ ਆਪਣੇ ਲਾਡਲੇ ਦਾ ਮੱਥਾ ਚੁੰਮਿਆ, ਸ਼ਾਬਾਸ਼ ਪੁੱਤਰਾ, ਤੂੰ ਸਾਡੇ ਤੋਂ ਪਹਿਲਾਂ ਬਾਜੀ ਮਾਰ ਗਿਆ। ਇਹ ਸਿਆਣੇ ਮਾਂ-ਬਾਪ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਉਹਨਾਂ ਦਾ ਬੱਚਾ ਗੁਰਮਤ ਦੇ ਰਸਤੇ ਤੇ ਚੱਲਦਾ ਹੈ, ਜਾਂ ਉਹ ਕਹਿੰਦਾ ਹੈ ਕਿ ਮੰਮਾ ਪਾਪਾ ਮੈਂ ਕੇਸ ਰੱਖਣੇ ਹੈ, ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ। ਸਾਨੂੰ ਖੁਸ਼ ਹੋਣਾ ਚਾਹੀਦਾ ਹੈ, ਕਿਉਂਕਿ ਸਮਾਂ ਅੱਜ ਵੀ ਮਾੜਾ ਹੈ ਤੇ ਆਉਣ ਵਾਲਾ ਇਹਦੇ ਤੋਂ ਵੀ ਮਾੜਾ ਹੈ। ਜੇ ਸਾਡੇ ਬੱਚੇ ਗੁਰਮਤ ਨਾਲ ਜੁੜਨਾ ਚਾਹੁੰਦੇ ਨੇ ਤੇ ਸਾਨੂੰ ਜੋੜ ਦੇਣੇ ਚਾਹੀਦੇ ਨੇ, ਕਿਉਂਕਿ ਸਿਆਣੇ ਮਾਂ-ਬਾਪ ਦਾ ਚਿੰਨ੍ਹ ਹੁੰਦਾ ਹੈ। ਮਾਂ-ਬਾਪ ਦਾ ਹਿਰਦਾ ਗਦ-ਗਦ ਹੋ ਉੱਠਿਆ। ਗੁਰਮੁਖੋ ਪ੍ਰਸੰਨ ਚਿੱਤ ਐਵੇਂ ਹੋਏ ਕਿ ਪੁੱਤਰਾ ਤੂੰ ਸਾਡੇ ਤੋਂ ਪਹਿਲਾਂ ਬਾਜ਼ੀ ਮਾਰ ਗਿਆ। ਯਾਦ ਰਹੇ ਭਾਈ ਸੁੱਗਾ ਰੰਧਾਵਾ ਤੇ ਮਾਤਾ ਗੌਰਾਂ ਜੀ ਨੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਦੇ ਪਾਸੋਂ ਸਿੱਖੀ ਦੀ ਦਾਤ ਲਈ ਸੀ। ਇਹ ਘਟਨਾ ਸਨ 1518 ਦੀ ਹੈ ਤੇ ਬਾਬਾ ਬੁੱਢਾ ਜੀ ਦੀ ਆਜੂ ਉਦੋਂ 12 ਸਾਲ ਦੀ ਸੀ। ਆਪਣੇ ਮਾਂ-ਬਾਪ ਦੇ ਨਾਲ ਘਰ-ਬਾਰ ਦਾ ਕੰਮਕਾਜ ਕਰਵਾਉਣਾ, ਰੋਜ਼ਾਨਾ ਰਮਦਾਸ ਤੋਂ ਕਰਤਾਰਪੁਰ ਜਾਣਾ, ਤਕਰੀਬਨ ਇਹ 15-20 ਕਿਲੋਮੀਟਰ ਦਾ ਫਾਸਲਾ ਹੈ, ਹੋ ਸਕਦਾ ਹੈ ਤੋਂ ਥੋੜਾ ਵੱਧ ਘੱਟ ਹੋਵੇ। ਔਰ ਰੋਜ਼ਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਜਾਣਾ, ਦਰੀਆਂ ਝਾੜਨੀਆਂ, ਆਈ ਹੋਈ ਸੰਗਤ ਨੂੰ ਪੱਖਾ ਝੱਲਣਾ, ਜਿਹੜੀ ਵੀ ਸੇਵਾ ਮਿਲਣੀ ਗੁਰੂ ਨਾਨਕ ਦੇ ਦਰਬਾਰ ਦੀ ਉਹੀ ਸੇਵਾ ਕਰਨੀ। ਪਰ ਇਕੱਲੀ ਸੇਵਾ ਹੀ ਨਾ ਕਰਨੀ, ਸਗੋਂ ਵਿਦਿਆ ਦੀ ਪ੍ਰਾਪਤੀ ਵੀ ਕੀਤੀ, ਕਿਉਂਕਿ ਬਾਬਾ ਬੁੱਢਾ ਜੀ ਨੇ ਲੰਡੇ ਟਾਕਰਾ ਭਾਸ਼ਾ ਜਿਹੜੀ ਹੈ ਇਹ ਆਪਣੇ ਪਿਤਾ ਭਾਈ ਸੁੱਗਾ ਰੰਧਾਵਾ ਜੀ ਤੋਂ ਪ੍ਰਾਪਤ ਕੀਤੀ ਸੀ। ਔਰ ਜੋ ਪੰਜਾਬੀ ਗੁਰਮੁਖੀ ਦੀ ਦਾਤ ਹੈ ਇਹ ਗੁਰੂ ਨਾਨਕ ਸਾਹਿਬ ਦੇ ਪਾਸੋਂ ਪ੍ਰਾਪਤ ਕੀਤੀ ਸੀ। ਮਾਤਾ ਸੁਲੱਖਣੀ ਜੀ ਜਿੰਨਾ ਪਿਆਰ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨਾਲ, ਬਾਬਾ ਲਖਮੀ ਚੰਦ ਜੀ ਨਾਲ ਕਰਦੇ ਸੀ, ਓਨਾ ਹੀ ਪਿਆਰ ਬਾਬਾ ਬੁੱਢਾ ਜੀ ਨਾਲ ਕਰਦੇ ਸਨ। ਔਰ ਬਾਬਾ ਬੁੱਢਾ ਜੀ ਨੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਤੇ ਜੋ ਉਹਨਾਂ ਵੱਲੋਂ ਭਗਤ ਸਾਹਿਬਾਨ ਦੀ ਇਕੱਤਰ ਕੀਤੀ ਹੋਈ ਬਾਣੀ ਸੀ, ਤੇ ਇਸ ਬਾਣੀ ਦੀ ਸੰਥਿਆ ਕਰਦਿਆਂ ਕਰਦਿਆਂ ਸਾਰੀ ਬਾਣੀ ਨੂੰ ਕੰਠ ਕਰ ਲਿਆ ਸੀ। ਔਰ ਸਨ 1519 ਦੇ ਵਿੱਚ 13 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸੀਸ ਦਿੱਤੀ ਸੀ, ਬੁੱਢਾ ਤੈਥੋਂ ਓਲੇ ਨਾ ਹੋਸਾਂ। ਅੱਜ ਵੀ ਅਸੀਂ ਬਾਬਾ ਬੁੱਢਾ ਜੀ ਦੀ ਵਡਿਆਈ ਕਰ ਰਹੇ ਹਾਂ ਤੇ ਜਾਣ ਲਵੋ ਗੁਰੂ ਨਾਨਕ ਸਾਹਿਬ ਵੀ ਨਾਲ ਹੀ ਬੈਠੇ ਹੋਏ ਨੇ। ਬੁੱਢਾ ਤੈਥੋਂ ਓਲੇ ਨਾ ਹੋਸਾਂ। ਜਦੋਂ ਬਾਬਾ ਬੁੱਢਾ ਜੀ ਜ਼ਵਾਨ ਆਜੂ ਵਿੱਚ ਆਏ ਤੇ ਹਰ ਇੱਕ ਮਾਂ-ਬਾਪ ਦੀ ਸੱਦਰ ਹੁੰਦੀ ਹੈ, ਅਸੀਂ ਆਪਣੇ ਧੀ ਪੁੱਤਰ ਦੇ ਹੱਥ ਪੀਲੇ ਕਰ ਦਈਏ। ਭਾਈ ਸੁੱਗਾ ਰੰਧਾਵਾ ਜੀ ਮਾਤਾ ਗੌਰਾਂ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਗਏ। ਮਨ ਚਾਹੁੰਦਾ ਸੀ ਕੁਝ ਬੋਲ ਸਾਂਝੇ ਕਰੀਏ, ਪਰ ਹੋ ਨਹੀਂ ਸੀ ਰਹੇ। ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਹਾਂ ਬੀਬਾ ਕੀ ਕਹਿਣਾ ਲੋਚਦੇ ਹੋ? ਤੇ ਮਾਤਾ ਗੌਰਾਂ ਨੇ ਕਿਹਾ, ਜੀ ਤੁਹਾਡਾ ਬੁੱਢਾ ਜਵਾਨ ਹੋ ਗਿਆ ਹੈ, ਮਨ ਚਾਹੁੰਦਾ ਹੈ ਇਹਦੇ ਹੱਥ ਪੀਲੇ ਕਰ ਦਈਏ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਠੀਕ ਹੈ, ਪਰ ਨਾਲ ਹੀ ਕਹਿਣ ਲੱਗੇ, ਜੀ ਤੁਹਾਡਾ ਬੂੜਾ ਮੰਨਦਾ ਨਹੀਂ ਹੈ। ਉਹ ਕਹਿੰਦਾ ਜੇ ਮੈਂ ਗ੍ਰਸਤ ਵਿੱਚ ਪ੍ਰਵੇਸ਼ ਕਰ ਗਿਆ, ਮੇਰੇ ਕੋਲੋਂ ਗੁਰੂ ਦੇ ਦੀਦਾਰ ਛੁੱਟ ਜਾਣਗੇ, ਗੁਰੂ ਘਰ ਦੀ ਸੇਵਾ ਛੁੱਟ ਜਾਵੇਗੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੇਵਾ ਕਰਦੇ ਹੋਏ ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ ਔਰ ਕੋਲ ਬੁਲਾ ਕੇ ਸੱਚ ਦਾ ਉਪਦੇਸ਼ ਦਿੱਤਾ ਕਿ ਸੋ ਗਿਰਹੀ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਭਿਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਐ ਪੁੱਤਰ, ਗ੍ਰਸਤੀ ਦੇ ਘਰ ਦੇ ਵਿੱਚ ਦੋਵੇਂ ਟਾਈਮ ਚੁੱਲ੍ਹਾ ਤਪਦਾ ਹੈ। ਉਹ ਕਿਸੇ ਅਤਿਥੀ ਨੂੰ, ਕਿਸੇ ਲੋੜਵੰਦ ਨੂੰ ਪ੍ਰਸ਼ਾਦਾ ਛਕਾ ਸਕਦਾ ਹੈ ਔਰ ਉਸ ਨੂੰ ਵਾਸ਼ਨਾਵਾਂ ਦੀ ਅੱਗ ਪਾਉਂਦੀ ਨਹੀਂ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਅੰਮ੍ਰਿਤ ਬੋਲ ਸਾਂਝੇ ਕੀਤੇ
ਤੇ ਬਾਬਾ ਬੁੱਢਾ ਜੀ ਨੇ ਸੱਤ ਕਰਕੇ ਮੰਨ ਲਏ। ਇਤਿਹਾਸ ਗਵਾਹੀ ਭਰਦਾ ਹੈ ਕਿ ਬਾਬਾ ਬੁੱਢਾ ਜੀ ਦੇ ਵਿਚੋਲੇ ਵੀ ਗੁਰੂ ਨਾਨਕ ਸਾਹਿਬ ਜੀ ਹੀ ਸਨ। ਜਦੋਂ ਤੁਸੀਂ ਅਚਲ ਬਟਾਲੇ ਜਾਂਦੇ ਹੋ, ਅਚਲ ਬਟਾਲੇ ਦੇ ਵਿਚਕਾਰ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਸਲੋ, ਅੱਜ ਕੱਲ੍ਹ ਉਹ ਮਿਕਸ ਹੋ ਚੁੱਕਾ ਹੈ ਵਿੱਚ। ਇਸ ਸਲੋ ਪਿੰਡ ਦਾ ਜ਼ਿਮੀਂਦਾਰ ਸੀ ਔਰ ਜ਼ਿਮੀਂਦਾਰ ਦਾ ਨਾਮ ਜਿਹੜਾ ਹੈ ਇਤਿਹਾਸ ਵਿੱਚ ਪ੍ਰਾਪਤ ਨਹੀਂ ਹੋਇਆ, ਪਰੰਤੂ ਅਜੇ ਖੋਜ ਜਾਰੀ ਹੈ। ਉਸ ਜ਼ਿਮੀਂਦਾਰ ਦੀ ਸੁਘੜ ਸਿਆਣੀ ਧੀ ਸੀ ਜਿਹਦਾ ਨਾਂ ਸੀ ਬੀਬੀ ਮਰੋਆ ਜੀ, ਔਰ ਬੀਬੀ ਮਰੋਆ ਜੀ ਦੇ ਨਾਲ ਬਾਬਾ ਬੁੱਢਾ ਜੀ ਦੀ ਸ਼ਾਦੀ ਸਨ 1523 ਵਿੱਚ ਹੋਈ ਸੀ। ਔਰ ਬਾਬਾ ਬੁੱਢਾ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਮਰੋਆ ਜੀ ਦੀ ਕੁੱਖ ਤੋਂ 4 ਪੁੱਤਰ ਪੈਦਾ ਹੋਏ। ਇਹ ਬਾਬਾ ਬੁੱਢਾ ਜੀ ਦੇ 4 ਪੁੱਤਰ ਸਨ, ਭਾਈ ਭਿਖਾਰੀ ਜੀ, ਭਾਈ ਸੁਧਾਰੀ ਜੀ, ਭਾਈ ਮਹਿਮੂ ਜੀ ਔਰ ਭਾਈ ਭਾਨਾ ਜੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਸਿੱਖ ਭਾਈ ਲਹਿਣਾ ਜੀ ਨੂੰ ਸੌਂਪਣ ਲੱਗੇ ਤੇ ਉਹਨਾਂ ਨੇ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਆਪਣੇ ਪਿਆਰੇ ਸਿੱਖ ਬਾਬਾ ਬੁੱਢਾ ਜੀ ਦੀ ਝੋਲੀ ਵਿੱਚ ਪਾਇਆ। ਸੋ ਇਸ ਤਰ੍ਹਾਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ, ਬਲਕਿ 5 ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਸੋ ਨਾਲ ਇੱਕ ਅਨਾਉਂਸਮੈਂਟ ਵੀ ਕਰਨੀ ਹੈ ਕਿ ਗੱਡੀ 1253 ਰਾਹ ਵਿੱਚ ਖੜੀ ਹੈ, ਰਾਹ ਵਿੱਚੋਂ ਦੂਰ ਕੀਤੀ ਜਾਵੇ ਜਿਸ ਵੀ ਵੀਰ ਦੀ ਹੋਵੇ। ਸੋ ਬਾਬਾ ਬੁੱਢਾ ਸਾਹਿਬ ਉਹ ਹਸਤੀ ਸਨ ਜਿਨ੍ਹਾਂ ਨੇ ਸਰੀਰ ਰੂਪ ਦੇ ਵਿੱਚ 8 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸੀ, ਪਹਿਲੀ ਪਾਤਸ਼ਾਹੀ ਤੋਂ ਲੈ ਕੇ 7ਵੀਂ ਪਾਤਸ਼ਾਹੀ ਤੱਕ ਔਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ। 8 ਗੁਰੂ ਸਾਹਿਬਾਨ ਦੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕੀਤੇ ਔਰ 6 ਗੁਰੂ ਸਾਹਿਬਾਨ ਦੇ ਨਾਲ ਸੰਗਤ ਮਾਣੀ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ, ਔਰ 5 ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਕੀਤਾ, ਦੂਸਰੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ। ਜਦੋਂ ਵੀ ਕਦੇ ਸੰਗਤ ਗੁਰੂ ਦੇ ਨਾਲੋਂ ਵਿਛੜ ਜਾਂਦੀ ਸੀ ਗੁਰਮੁਖੋ, ਤੇ ਸਾਰੇ ਗੁਰਮੁਖ ਪਿਆਰੇ ਸੋਚਦੇ ਸਨ ਇੱਕ ਬਾਬਾ ਬੁੱਢਾ ਜੀ ਨੇ ਜਿਹੜੇ ਸਾਨੂੰ ਗੁਰੂ ਨਾਲ ਮਿਲਾ ਸਕਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਅਸੀਸ ਦਿੱਤੀ ਹੈ, ਬੁੱਢਾ ਤੈਥੋਂ ਓਲੇ ਨਾ ਹੋਸਾਂ। ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਮਾਈ ਭਰਾਈ ਦੀ ਹਵੇਲੀ ਵਿੱਚ ਇੱਕ ਕੋਠੇ ਅੰਦਰ ਅੰਤਰ ਆਤਮੇ ਸੁਰਤ ਜੋੜ ਕੇ ਬੈਠ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ। ਸੰਗਤ ਬੜੀ ਵਿਆਕੁਲ ਹੈ। ਕੁਝ ਗੁਰੂ ਕੇ ਸਿੱਖ ਗਏ ਬਾਬਾ ਬੁੱਢਾ ਜੀ ਦੇ ਕੋਲ, ਔਰ ਬਾਬਾ ਬੁੱਢਾ ਜੀ ਨੇ ਬੜਾ ਅਦਬ ਕੀਤਾ ਤੇ ਜਦੋਂ ਉਹਨਾਂ ਨੇ ਆਪਣੇ ਮਨ ਦੀ ਵੇਦਨਾ ਦੱਸੀ ਨਾ ਕਿ ਅਸੀਂ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ, ਗੁਰੂ ਦਾ ਦੀਦਾਰ ਪਿਆਰ ਨਸੀਬ ਨਹੀਂ ਹੋ ਰਿਹਾ, ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀ ਆਓ ਸਿੱਖੋ ਅਰਦਾਸ ਕਰੀਏ, ਅਰਦਾਸ ਲੈ ਚੱਲੇਗੀ ਅਰਦਾਸ ਸੁਣਨ ਵਾਲੇ ਦੇ ਕੋਲ। ਕਿਤੇ ਤੁਹਾਡੇ ਮੇਰੇ ਵਰਗਾ ਹੁੰਦਾ ਨਾ, ਪਹਿਲਾਂ ਤੇ ਅਸੀਂ 50 ਨਖਰੇ ਕਰਨੇ ਸੀ, ਉਸ ਤੋਂ ਬਾਅਦ ਜਾਂ ਅਸੀਂ ਹਿੱਕ ਤੇ ਹੱਥ ਮਾਰ ਕੇ ਕਹਿਣਾ ਸੀ ਇਹ ਕਿਹੜੀ ਗੱਲ ਆ, ਮੈਂ ਤੁਹਾਨੂੰ ਦਰਸ਼ਨ ਕਰਵਾ ਦਿੰਦਾ। ਇਹ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਨਿਮਰਤਾ, ਇਹ ਸੀ ਉਹਨਾਂ ਦਾ ਅਰਦਾਸ ਦੇ ਉੱਪਰ ਭਰੋਸਾ। ਕਹਿਣ ਲੱਗੇ ਆਓ ਸਿੱਖੋ ਅਰਦਾਸ ਕਰੀਏ, ਅਰਦਾਸ ਲੈ ਚੱਲੇਗੀ ਅਰਦਾਸ ਸੁਣਨ ਵਾਲੇ ਦੇ ਕੋਲ। ਪਹਿਲਾਂ ਵਿਛੜੀ ਹੋਈ ਸੰਗਤ ਨੂੰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨੀ ਲਾਇਆ, ਔਰ ਫਿਰ ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਭਾਈ ਦਾਤੂ ਜੀ ਦੀ ਈਰਖਾ ਦੇ ਕਾਰਨ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਆਪਣੇ ਨਗਰ ਬਾਸਰ ਕੇ ਗਿੱਲਾਂ ਦੀ ਬਾਹਰਲੀ ਜੂ ਵਿੱਚ ਇੱਕ ਕਮਰੇ ਦੇ ਅੰਦਰ ਸੱਜ ਬੈਠਦੇ ਨੇ, ਉਦੋਂ ਵੀ ਸੰਗਤ ਨੇ ਫਰਿਆਦ ਕੀਤੀ ਤੇ ਬਾਬਾ ਬੁੱਢਾ ਜੀ ਤੁਰ ਪਏ। ਉਹੀ ਫਾਰਮੂਲਾ ਵਰਤਿਆ ਸੀ ਅਰਦਾਸ ਵਾਲਾ ਹੀ, ਤੇ ਨਾਲ ਬੜੇ ਕੌਨਫੀਡੈਂਸ ਨਾਲ ਇਹ ਗੱਲ ਕਹੀ ਸੀ ਮੇਰੇ ਪਾਤਸ਼ਾਹ ਦੀ ਘੋੜੀ ਖੋਲ ਦਿਓ, ਮੇਰੇ ਦਾਤਾ ਜੀ ਨੇ ਸਵਾਰੀ ਕਰਕੇ ਆਉਣਾ ਹੈ। ਕਹਿੰਦੇ ਇਸ ਤਰ੍ਹਾਂ ਸਾਰੀਆਂ ਸੰਗਤਾਂ ਹਰ ਜਸ ਕਰਦੀਆਂ ਬਾਸਰ ਕੇ ਗਿੱਲਾਂ ਦੀ ਜ਼ੂ ਵਿੱਚ ਗਈਆਂ, ਔਰ ਜਿਸ ਕਮਰੇ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਸੱਜ ਬੈਠੇ ਸਨ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਉਸ ਦਰਵਾਜ਼ੇ ਦੇ ਬਾਹਰ ਲਿਖਿਆ ਹੋਇਆ ਸੀ ਆਏ ਇਹਾਂ ਦਰ ਪਾਰੇ ਜੋ ਹਮ ਨਹੀਂ ਗੁਰੂ ਸਿੱਖ ਨਹੀਂ ਸੋ। ਹੁਣ ਸੰਗਤ ਫਿਰ ਵਿਆਕਲ ਹੋ ਗਈ, ਬਾਬਾ ਜੀ ਹੁਣ ਕੀ ਕੀਤਾ ਜਾਵੇ? ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਕਈ ਸੰਦੇਵਾ ਲਿਆਵੋ। ਕਈ ਮੰਗਾਈ ਗਈ, ਗੰਧਾਲਾ ਮੰਗਾਇਆ ਗਿਆ,
ਫਿਰ ਪੂਰਬ ਦੀ ਬਾਈ ਤੋਂ ਚੜ੍ਹਦੇ ਪਾਸੇ ਤੋਂ ਕੰਧ ਪਾੜੀ ਗਈ। ਜਦੋਂ ਅਸੀਂ ਕੰਧ ਪਾੜ ਕੇ ਅੰਦਰ ਜਾਂਦੇ ਉਹਨੂੰ ਕਿਹਾ ਜਾਂਦਾ ਹੈ ਸੰਨ ਲਾਉਣੀ। ਅੱਜ ਕੱਲ੍ਹ ਇੱਥੇ ਗੁਰਦੁਆਰਾ ਸੰਨ ਸਾਹਿਬ ਸ਼ੋਭਨੀਕ ਹੈ। ਬਾਬਾ ਬੁੱਢਾ ਜੀ ਅੰਦਰ ਗਏ, ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਹਮਣੇ ਦੇਖ ਕੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਕਿਮ ਇਹ ਟਾਰਿਓ ਹੁਕਮ ਹਮਾਰੋ। ਉਹ ਕੌਣ ਹੈ ਜਿਹਨੇ ਸਾਡੀ ਹੁਕਮਾਦੂਲੀ ਕੀਤੀ ਹੈ? ਤੇ ਬਾਬਾ ਬੁੱਢਾ ਜੀ ਨੇ ਦੋਵੇਂ ਹੱਥ ਜੋੜੇ ਬੜੇ ਅਦਬ ਨਾਲ ਕਿਹਾ ਸੀ ਸਤਿਗੁਰ ਹਮ ਨਹੀਂ ਐਸ ਟਾਰੀ ਤਜ ਦਰ ਦੁਆਰ ਫੋਰਿਓ ਪਛਾਰੀ। ਸਤਿਗੁਰੂ ਅਸੀਂ ਹੁਕਮਾਦੂਲੀ ਨਹੀਂ ਕੀਤੀ, ਬੂਹਾ ਉਸੇ ਤਰ੍ਹਾਂ ਬੰਦ ਹੈ, ਅਸੀਂ ਕੰਧ ਪਾੜ ਕੇ ਅੰਦਰ ਆਏ ਹਾਂ। ਕਵੀ ਜੀ ਲਿਖਦੇ ਨੇ ਸੁਨਤ ਭੈ ਸ੍ਰੀ ਅਮਰ ਪ੍ਰਸੰਨ ਭਾਈ ਬਿਰਧ ਤੁਮ ਬਹੁ ਧੰਨ। ਬਾਬਾ ਬੁੱਢਾ ਜੀ ਤੁਸੀਂ ਧੰਨ ਹੋ, ਬਾਬਾ ਬੁੱਢਾ ਜੀ ਤੁਸੀਂ ਧੰਨ ਹੋ। ਕਈ ਵਾਰ ਅਸੀਂ ਕਹਿ ਦਿੰਦੇ ਜੀ ਤੁਸੀਂ ਬਾਬਾ ਬੁੱਢਾ ਜੀ ਨੂੰ ਧੰਨ ਕਿਉਂ ਕਹਿੰਦੇ ਹੋ ਜੀ, ਬਾਬਾ ਦੀਪ ਸਿੰਘ ਨੂੰ ਧੰਨ ਕਿਉਂ ਕਹਿੰਦੇ ਹੋ? ਗੁਰਮੁਖੋ ਕਦੇ ਗੁਰਬਾਣੀ ਦਾ ਸਹਿਜ ਪਾਠ ਕਰਕੇ ਦੇਖੋ। ਮੇਰੇ ਸਤਿਗੁਰੂ ਕਹਿੰਦੇ ਨੇ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਸ਼ਰਣੀ ਜਾਏ ਪਿਆ। ਉਹ ਧੰਨ ਹੈ, ਸਲਾਉਣ ਯੋਗ ਹੈ। ਔਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੂੰ ਮੈਂ ਥੋੜਾ ਜਿਹਾ ਸਮੇਂ ਨੂੰ ਸੰਕੋਚਤਾ ਦੇ ਵਾਲੇ ਪਾਸੇ ਨੂੰ ਲਿਜਾਂਦਿਆਂ ਹੋਇਆਂ, ਕਿਉਂਕਿ ਕਥਾ ਵਿਸਥਾਰ ਕਰ ਰਹੀ ਹੈ, ਆਪਾਂ ਥੋੜਾ ਜਿਹਾ ਸਮੇਂ ਨੂੰ ਵੀ ਮੁੱਖ ਰੱਖੀਏ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਉਲੀ ਸਾਹਿਬ ਦੀ ਖੁਦਵਾਈ ਕਰਵਾਈ ਤੇ ਬਾਬਾ ਬੁੱਢਾ ਸਾਹਿਬ ਦੇ ਪਾਸੋਂ ਟੱਕ ਲਗਵਾਇਆ ਸੀ। ਬਾਬਾ ਬੁੱਢਾ ਜੀ ਦੇ ਪਾਸੋਂ ਟੱਕ ਲਗਵਾਇਆ ਸੀ। ਗੁਰਮੁਖੋ ਸਾਨੂੰ ਕਦੇ ਕੋਈ ਬਾਹਰ ਬੁਲਾਵੇ ਨਾ, ਮੇਰੇ ਬਹੁਤ ਸਨਮਾਨਯੋਗ ਮਾਤਾ ਜਸਵਿੰਦਰ ਕੌਰ ਜੀ ਹੋਰੀ, ਬਾਬਾ ਅਮਰੀਕ ਸਿੰਘ ਜੀ ਹੋਰੀ ਤਥਾ ਮੇਰੇ ਬੜੇ ਹੀ ਸਤਿਕਾਰ ਵਾਲੇ ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ ਵਾਲੇ ਸਾਰੇ ਸ਼ੋਭਨੀਕ ਨੇ। ਮੈਂ ਇੱਕ ਸਾਂਝ ਕਰਨ ਲੱਗਾ, ਜਦੋਂ ਕਿਤੇ ਕੋਈ ਨੀਂਹ ਪੱਥਰ ਰੱਖਣਾ ਹੋਵੇ, ਲੈਂਟਰ ਪੈਣਾ ਹੋਵੇ ਨਾ, ਤੇ ਸਾਨੂੰ ਕਈ ਪੱਤਰਕਾਰ ਵੀ ਕਹਿ ਦਿੰਦੇ ਜੀ ਤੁਸੀਂ ਸਿਰ ਦੇ ਉੱਪਰ ਬਸ ਬਾਲਟਾ ਟੋਕਰੀ ਰੱਖ ਲਓ, ਸਿਰਫ ਫੋਟੋ ਹੀ ਖਿੱਚਣੀ ਹੈ। ਤਾਂ ਮੈਂ ਕਹਿੰਦਾ ਸਾਡੇ ਸਿਰ ਦੁਖਦੇ ਆ, ਸਾਨੂੰ ਇਹੋ ਜਿਹੀ ਫਾਰਮੈਲਿਟੀ ਕਰਨ ਦੀ ਕੀ ਜ਼ਰੂਰਤ ਹੈ? ਜੇ ਸੇਵਾ ਕਰਨੀ ਤੇ ਚੱਜ ਨਾ ਕਰੀਏ। ਪਰ ਜਿਹੜਾ ਕੋਈ ਮੇਰੇ ਵਰਗਾ ਕਿਤੇ ਟੱਕ ਲਾ ਲਵੇ ਨਾ, ਇੱਟ ਰੱਖ ਦਵੇ, ਉਹ ਕਹਿੰਦਾ ਮੇਰਾ ਕੰਮ ਸਿਰਫ ਇੱਟ ਰੱਖਣੀ ਸੀ, ਹੁਣ ਅਗਲਾ ਕੰਮ ਮੇਰਾ ਥੋੜਾ ਹੈ। ਪਰ ਧੰਨ ਸਨ ਬਾਬਾ ਬੁੱਢਾ ਜੀ, ਉਹਨਾਂ ਨੇ ਕੱਲਾ ਬਾਉਲੀ ਸਾਹਿਬ ਦਾ ਟੱਕ ਹੀ ਨਹੀਂ ਲਾਇਆ, ਬਲਕਿ ਉਸ ਬਾਉਲੀ ਦੇ ਵਿੱਚੋਂ ਗਾਰ ਦੀ ਟੋਕਰੀ ਵੀ ਢੋਈ ਸੀ, ਆਪਣੇ ਹੱਥੀਂ ਸੇਵਾ ਕੀਤੀ ਸੀ। ਐਵੇਂ ਨਹੀਂ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਝੁਕਦੀਆਂ, ਉਹਨਾਂ ਨੇ ਜੀਵਨ ਕਮਾਇਆ ਸੀ। ਔਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਔਰ 52 ਪੀੜੇ ਸਥਾਪਿਤ ਕੀਤੇ, ਬਲਕਿ ਪ੍ਰਚਾਰਕ ਲਹਿਰ ਨੂੰ ਨਿਰੰਤਰ ਤੋਰਿਆ, ਤੇ ਇਹਨਾਂ ਸਾਰੇ ਪ੍ਰਚਾਰਕਾਂ ਦਾ ਮੁਖੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਥਾਪਿਤ ਕੀਤਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਜੇਠਾ ਜੀ ਬਲਕਿ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅੰਮ੍ਰਿਤਸਰ ਦੀ ਮੋਹੜੀ ਕੱਢਣ ਵਾਸਤੇ ਭੇਜਿਆ, ਇੱਕ ਸਿਆਣੇ ਸਲਾਹਕਾਰ ਵਜੋਂ ਜਾਣਦਿਆਂ ਹੋਇਆਂ ਬਾਬਾ ਬੁੱਢਾ ਜੀ ਨੂੰ ਨਾਲ ਭੇਜਿਆ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਜੀਵਨ ਕਮਾਇਆ ਹੈ। ਔਰ ਮੇਰੇ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ। ਸ੍ਰੀ ਰਾਮਸਰ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਲਖਾਰੀ ਦੀ ਸੇਵਾ ਲੈ ਕੇ, ਤੇ ਇਸ ਮਹਾਨ ਗ੍ਰੰਥ ਦਾ ਪਹਿਲਾ ਪਾਵਨ ਪ੍ਰਕਾਸ਼ ਸਨ 1604 ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਕਰਵਾਇਆ। ਔਰ ਇਸ ਮਹਾਨ ਗ੍ਰੰਥ ਦੇ ਮਹਾਨ ਗ੍ਰੰਥੀ ਪਹਿਲੇ ਗ੍ਰੰਥੀ ਹੋਣ ਦਾ ਸੁਭਾਗ ਬਾਬਾ ਬੁੱਢਾ ਸਾਹਿਬ ਦੀ ਝੋਲੀ ਵਿੱਚ ਪਿਆ ਸੀ। ਗੁਰਮੁਖੋ ਦਾਸ ਜਿਸ ਅਸਥਾਨ ਤੇ ਹਾਜ਼ਰੀ ਭਰਦਾ ਹੈ, ਜਿਸ ਘਰ ਦਾ ਕੂਕਰ ਹੈ, ਮੈਂ ਥੋੜੀ ਜਿਹੀ ਬੇਨਤੀ ਕਰ ਦੇਵਾਂ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਬਹੁਤੀ ਵਾਰੀ ਸੰਗਤਾਂ ਜਦੋਂ ਚੱਲ ਕੇ ਜਾਂਦੀਆਂ ਨੇ ਤੇ ਕਹਿੰਦੇ ਨੇ ਕਿ ਸਾਨੂੰ ਬਾਬਾ ਬੁੱਢਾ ਜੀ ਦੀ ਬੀੜ ਦੇ ਦਰਸ਼ਨ ਕਰਾ ਦਿਓ। ਉਹਨਾਂ ਦੇ ਸ਼ਾਇਦ ਖਿਆਲ ਵਿੱਚ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਬੀੜ ਸਾਹਿਬ ਕਹਿ ਦਿੰਦੇ, ਕਿ ਹੋ ਸਕਦਾ ਬਾਬਾ ਬੁੱਢਾ ਜੀ ਦੇ ਕੋਈ ਹੱਥ ਲਿਖਤ ਬੀੜ ਸਾਹਿਬ ਹੋਵੇ। ਮੈਂ ਬੇਨਤੀ ਕਰਨ ਲੱਗਾ ਸੀ ਉਸ ਸਥਾਨ ਨੂੰ ਬੀੜ ਸਾਹਿਬ ਕਿਉਂ ਕਿਹਾ ਜਾਂਦਾ ਹੈ, ਜਾਂ ਬਾਬੇ ਬੁੱਢੇ ਦੀ ਬੀੜ ਕਿਉਂ ਕਿਹਾ ਜਾਂਦਾ ਹੈ? ਜਦੋਂ ਰਾਜਾ ਅਕਬਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਭਾਵਸ਼ਾਲੀ ਜੀਵਨ ਤੋਂ ਇੰਨਾ ਪ੍ਰਭਾਵਿਤ ਹੋਇਆ, ਜੋ ਸਾਡੇ ਸਿੱਖ ਆਦਰਸ਼ ਨੇ, ਸਾਡੇ ਸਿੱਖ ਸਿਧਾਂਤ ਨੇ, ਰਾਹ ਰੀਤਾਂ ਨੇ,
ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਕੁਝ ਪਿੰਡਾਂ ਦੀ ਜ਼ਗੀਰ ਜਿਹੜੀ ਸੀ ਗੁਰੂ ਕੇ ਲੰਗਰਾਂ ਦੇ ਨਾਮ ਕਰਨੀ ਚਾਹੀ, ਪਰ ਮੇਰੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ। फिर राजे अकबर ने कहा जैसी आपकी बेटी तैसी हमारी बेटी, क्योंकि बीबी भानी जी लागे खड़े सन। सतगुरां ने इस गल तो भी इनकार कर दिता। गुरु घर दे विच परिवारवाद नूं थां कोई नहीं है, पर फिर भी राजे अकबर ने श्रद्धालु रूप दे विच किसी विद्वान ने 12, किसी ने 22 पिंडां और किसी ने 84 पिंडां दी जगीर देण दा जिक्र कीता है। जो प्रचलित है वो 84 पिंडां दी जगीर है। जगीर की हुंदी है? ਜ਼ਮੀਨ ਦਾ ਸਰਕਾਰੀ ਮਾਮਲਾ ਉਹਨੂੰ ਜਗੀਰ ਆਖਿਆ ਜਾਂਦਾ ਹੈ। ਔਰ ਇਹ ਜਿਹੜੇ ਅਸਥਾਨ ਸੀ ਇਹਦੇ ਨਾਲ ਭੋਗਵਸ ਦਾ ਕਸਬਾ ਹੈ ਝਬਾਲ। ਝਬਾਲ ਪਿੰਡ ਦੇ ਰਹਿਣ ਵਾਲੇ ਸੀ ਚੌਧਰੀ ਲੰਗਾ ਜੀ। ਇਹ ਗੁਰੂ ਨਾਨਕ ਦੇ ਪਿਆਰੇ ਸਿੱਖ ਹੋਏ ਨੇ, ਗੁਰੂ ਨਾਨਕ ਦੇ ਘਰ ਦੇ, ਔਰ ਇਹਨਾਂ ਦੇ ਵੰਸ਼ ਦੇ ਵਿੱਚੋਂ ਸਨ ਸਨਮਾਨਯੋਗ ਮਾਤਾ ਭਾਗ ਕੌਰ ਜੀ, ਜਿਨ੍ਹਾਂ ਨੇ ਖਦਰਾਣੇ ਦੀ ਢਾਬ ਤੇ ਜੰਗ ਲੜੀ ਸੀ। भाई साहब भाई कान सिंह नाभा जी करम सिंह हिस्टोरीअन का हवाला दे के लिखते हैं कि ये जिहड़ी जमीन का टुकड़ा सी ये भाई लंगा जी का सी, और इत्थे जंगल हुंदा सी ते छोटे जंगल नूं जां असीं पंजाब विच रख कहने आ ते जां उहनूं बीड़ आखिया जांदा है। इत्थों दी सेवा संभाल गुरु अमरदास जी ने बाबा बुढ़ा जी नूं सौंप दित्ती। बाबा बुढ़ा जी जिस वेले इस स्थान ते आए, उन्होंने जिथे माल डंगर नूं सांभिया, जमीन जायदाद की संभाल की, उत्थे नियाणियां सियाणियां नूं गुरमुखी पढ़ाई, उन्होंने गतके की सिक्ख्या आ दी, और इस नाम जगह का जिहड़ा सी वो प्रचलित होया बाबे बुढ़े की बीड़। सो मैं बेनती करा, गुरु अर्जुन देव महाराज जी की शादी 1579 सन दे विच होई सी। तहसील फैलाउर का पिंड सी माओ पिंड, और इस पिंड दे विच श्री गंगा देवी जी दे नाल इन्हां दी शादी हुई। 1581 दे विच इन्हां नूं गुरु नानक दी गद्दी दे 5वें वारस बनना नसीब होया। वड्डा भरा बाबा पिरथी चंद बड़ा दुखी सी, बड़ी ईर्खा करदा सी, परंतु मेरा गुरु जिहड़ा है वो शांति दा सागर है, वो ते प्यार वंडदा है। पिरथी चंद दे पुत्तर नूं अपनी गोद विच ले के बैठ जाना, उहदे मूँह विच गुराइयां पाउणीआं। कई बार पिरथी चंद के घर वाली करमों ने उन्होंने कहना तेरा हंकार मार गया है, तेरा छोटा भरा गुरु नानक की गद्दी का वारस बन गया है, परंतु तू खाली दा खाली रह गया है। ते पिरथी चंद ने कहना करमो फिक्र ना कर, इन्हां दी केड़ी औलाद होनी है, ये तो अपने बच्चे नूं पाल रहे ने, अपना ही बच्चा ये गद्दी का वारस बनेगा। कई बार ला ला के गल्लां करनियां आदत हुंदी है बीबियां नूं, खास करके वीरां नूं भी हुंदी, पर बीबियां माइयां नूं आज़ादी हुंदी है, क्योंकि औरत दी दुश्मन हुंदी है। मैं आरंभ विच ही इत्थे होर छोटी जी बेनती कर देवां, जिस साडी धी नूं भाग ना लगण, बल्कि साल एक साडी धी जाए साडी भैण जिहड़ी उहदी कुख नूं भाग ना लगे ते असीं कहने कोई गल नहीं, 10 साल भी लंघ जाण कहंदे कोई गल नहीं, पर जे साडी नूंह धी होवे वो बच्चे नूं जन्म ना देवे ते दराणियां जठाणियां सस मां भी उहनूं कहरी निगाह नाल देखदियां। किते 2-4 साल लंघ जाण ते फिर इधर उधर भटकदे ने, कई वार ते डिवोर्स तक भी नौबत आ जांदी है। जिहड़ी मैं बेनती कर लगा सी, सगों चंगी गल इह है कि जिस भैन साडी दा बच्चा नहीं है, दूजी नूं चाहीदा कि आले मेरी भैन तू इस बच्चे नूं खिडा, मैं घर दा काम कर लवां, इस तरह प्यार बनदा है। पर जिहदी संतान नहीं हुंदी उहदे नाल नफरत कीती जांदी है, इहदी कुख नूं भाग नहीं लगे, इहनूं बच्चा नहीं चुकाउणा, ये साडी मानसिक कमजोरी है। और करमों जिहड़ी सी कड़वे बोल बोलदी सी, ते माता गंगा जी ने कई बार गुरु अर्जुन देव महाराज जी दे हजूर बेनती करनी, गुरुपति जीओ तुसीं दाते हो, सारियां दीयां झोलियां भरदे हो, किरपा करो सानूं भी संतान की प्राप्ति होवे, किसी दे कौड़े बोल ना सुनने पैण। तो मेरे पातशाह ने कहना गंगा जी मानुख की टेक बिरथी सब जान, देवन को एक है भगवान। उस वाहिगुरु अकाल पुरख दे हजूर अरदास करिया करो, जो गुरु नानक साहब महाराज जी दे वरसोए हजूरी सिख ने बाबा बुढ़ा जी वर्गे ऐसे महान सिखां दी होर अदब नाल सेवा करिया करो, क्योंकि माता गंगा जी पहला भी गुरसिख संगतां दी बड़े प्यार नाल सेवा करदे सी।
फिर एक दिन आज्ञा पा के मिस्से प्रशादे ਲੱਸੀ ਗੰਢੇ ਆਦਿ ਲੈ ਕਰਕੇ ਜੋ ਵੀ ਉਸ ਵੇਲੇ ਗੁਰੂ ਕੇ ਲੰਗਰਾਂ 'ਚ ਤਿਆਰ ਹੁੰਦਾ ਸੀ, ਸ੍ਰੀ ਅੰਮ੍ਰਿਤਸਰ ਤੋਂ ਬਾਬੇ ਬੁੱਢੇ ਦੀ ਬੀੜ ਗਏ ਸਨ 1594 ਦੇ ਵਿੱਚ। ਜਦੋਂ ਮਾਤਾ ਜੀ ਗਏ ਤੇ ਬਾਬਾ ਬੁੱਢਾ ਜੀ ਬੜੇ ਪ੍ਰਸੰਨ ਹੋਏ। ਇੱਥੇ ਇੱਕ ਆਮ ਸਾਖੀ ਪ੍ਰਚਲਿਤ ਹੈ। ਪਹਿਲਾਂ ਇਹ ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਲਿਖੀ ਸੀ, ਫਿਰ ਇਹ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਲਿਖੀ ਗਈ, ਫਿਰ ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਨੇ ਲਿਖੀ, ਫਿਰ ਅੱਗੇ ਦੀ ਅੱਗੇ ਅਸੀਂ ਮੱਖੀ ਤੇ ਮੱਖੀ ਮਾਰਦੇ ਆਏ। ਉਸ ਸਾਖੀ ਨੂੰ ਬੜੇ ਧਿਆਨ ਨਾਲ ਸੁਣਨਾ ਪਊਗਾ। ਆਮ ਅਸੀਂ ਕਹਿ ਦਿੰਦੇ ਜਿਸ ਦਿਨ ਪਹਿਲੇ ਦਿਨ ਮਾਤਾ ਗੰਗਾ ਜੀ ਗਏ, ਉਹ ਰਥਾਂ ਤੇ ਸਵਾਰ ਹੋ ਕੇ ਗਏ, ਬੜੇ ਸੱਜ ਧੱਜ ਕੇ ਗਏ, ਤੇ ਜਦੋਂ ਜੰਗਲ ਦੇ ਜਾਨਵਰ ਇੱਧਰ ਉੱਧਰ ਭੱਜਣ ਲੱਗ ਪਏ, ਪੰਛੀ ਉੱਡਣ ਲੱਗ ਪਏ, ਤੇ ਬਾਬਾ ਬੁੱਢਾ ਜੀ ਨੇ ਸਿੱਖ ਨੂੰ ਪੁੱਛਿਆ ਇਹ ਕੀ ਹੋ ਰਿਹਾ ਹੈ? ਕਹਿੰਦੇ ਜੀ ਗੁਰੂ ਦਾ ਪਰਿਵਾਰ ਆ ਰਿਹਾ ਹੈ। ਤੇ ਕਹਿੰਦੇ ਬਾਬਾ ਬੁੱਢਾ ਜੀ ਕਹਿੰਦੇ ਗੁਰੂ ਕਿਆਂ ਨੂੰ ਕਿਧਰੋਂ ਭਾਜੜਾਂ ਪੈ ਗਈਆਂ। ਬੇਸ਼ੱਕ ਅਸੀਂ ਅਰਥ ਕਰਤਾਵਾਂ ਨੇ ਉਹਦੇ ਅਰਥ ਭੀੜ ਕਰ ਦਿੱਤੇ ਜਾਂ ਕੁਛ ਵੀ ਕਹਿ ਲਈਏ, ਪਰ ਭਾਜੜ ਤੇ ਭਾਜੜ ਹੀ ਹੁੰਦੀ ਹੈ, ਭਾਜੜ ਹੀ ਹੁੰਦੀ ਹੈ। ਅੱਜ ਵੀ ਅਸੀਂ ਇਹ ਕਹਿੰਦੇ ਆ ਬਾਬਾ ਬੁੱਢਾ ਜੀ ਨੇ ਸਰਾਪ ਦੇਤਾ। ਪਹਿਲੀ ਗੱਲ ਗੁਰਮੁਖੋ, ਮੇਰਾ ਗੁਰੂ ਵੀ ਸਰਾਪ ਨਹੀਂ ਜੇ ਦਿੰਦਾ। ਬਹੁਤ ਸਾਰੀਆਂ ਕਵਿਤਾਵਾਂ ਤੁਸੀਂ ਪੜ੍ਹੋਗੇ, ਉਹਨਾਂ ਵਿੱਚ ਮਿਲੇਗਾ ਗੁਰੂ ਨੇ ਫਲਾਣੇ ਨੂੰ ਸਰਾਪ ਦੇਤਾ। ਪਰ ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਨਾ, ਕਿਉਂਕਿ ਕਹਾਣੀ ਤੇ ਗੁਰਬਾਣੀ ਵਿੱਚ ਫਰਕ ਹੁੰਦਾ ਹੈ। ਗੁਰਬਾਣੀ ਇਹ ਕਹਿੰਦੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮੇਰਾ ਗੁਰੂ ਕਿਸੇ ਨੂੰ ਸਰਾਪ ਨਹੀਂ ਦਿੰਦਾ, ਮੇਰਾ ਗੁਰੂ ਕਿਸੇ ਨੂੰ ਬਦ ਦੁਆ ਨਹੀਂ ਦਿੰਦਾ। ਮੇਰਾ ਤੇ ਗੁਰੂ ਜਿਹੜਾ ਹੈ ਉਹ ਤੇ ਸਾਰਿਆਂ ਦਾ ਭਲਾ ਮਨਾਉਂਦਾ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਤੇ ਜੇ ਸਤਿਗੁਰੂ ਸਾਰਿਆਂ ਦਾ ਭਲਾ ਮਨਾਉਂਦਾ ਹੈ ਤੇ ਉਹਦੇ ਸਿੱਖ ਦੀ ਜ਼ਬਾਨ ਤੋਂ ਵੀ ਐਸੇ ਸ਼ਬਦ ਨਹੀਂ ਨਿਕਲ ਸਕਦੇ। ਕੋਈ ਸ਼ਰਦਕ ਬੰਦਾ ਇਹ ਕਹਿ ਸਕਦਾ ਹੈ ਗੁਰੂ ਕਿਆਂ ਨੂੰ ਕਿਧਰੋਂ ਭਾਜਣਾ ਪੈ ਗਈਆਂ। ਮੈਂ ਛੋਟੀ ਜੀ ਉਦਾਹਰਨ ਦੇਵਾਂ, ਤੁਸੀਂ ਕਿੱਡੇ ਪਿਆਰ ਨਾਲ ਸੱਜ ਬੈਠੇ ਹੋ। ਮੰਨ ਲਓ ਜੇ ਬਾਬਾ ਬੁੱਢਾ ਜੀ ਆ ਜਾਣ ਸਮੇਤ ਪਰਿਵਾਰ, ਕਿ ਮੈਨੂੰ ਵੀ ਉਸ ਨਿਰਮਲ ਅਸਥਾਨ ਤੇ ਜਾਣਾ ਚਾਹੀਦਾ ਹੈ, ਅੱਜ ਉੱਥੇ ਦੀਵਾਨ ਸੱਜੇ ਹੋਏ ਨੇ, ਉਹ ਸੁਭਾਵਕ ਸਾਡੇ ਸਾਹਮਣੇ ਆ ਜਾਣ, ਕੀ ਤੁਹਾਡੇ ਵਿੱਚੋਂ ਕਹੇਗਾ ਕੋਈ ਕਿ ਬਾਬਾ ਬੁੱਢਾ ਜੀ ਨੂੰ ਕਿਧਰੋਂ ਭਾਜੜ ਪੈ ਗਈ ਸੀ? ਦੀਵਾਨ ਤੇ ਅਸੀਂ ਕਰ ਹੀ ਲੈਣਾ ਸੀ, ਸਮਾਗਮ ਤੇ ਅਸੀਂ ਕਰ ਹੀ ਲੈਣਾ ਸੀ। ਤੁਸੀਂ ਕਹਿ ਸਕਦੇ ਹੋ? ਜੇ ਤੁਸੀਂ ਨਹੀਂ ਕਹਿ ਸਕਦੇ ਤੇ ਗੁਰਮੁਖੋ ਬਾਬਾ ਬੁੱਢਾ ਜੀ ਕਿਵੇਂ ਕਹਿ ਸਕਦੇ ਆ? 76 ਸਾਲ ਹੋ ਗਏ ਸੀ ਉਦੋਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਂਦਿਆਂ। ਉਹ ਤੇ ਬ੍ਰਹਮ ਅਵਸਥਾ ਦੇ ਪਾਤਰ ਸਨ। ਉਹ ਤੇ ਆਪਣੇ ਗੁਰੂ ਦੇ ਪਰਿਵਾਰ ਤੋਂ ਸਦਕੇ ਜਾਂਦੇ ਸੀ, ਵਾਰਨੇ ਜਾਂਦੇ ਸੀ, ਬਲਹਾਰਨੇ ਜਾਂਦੇ ਸੀ। ਸਾਲਾਨਾ ਜੋੜ ਮੇਲਾ ਹੋਇਆ 21-22 ਨੂੰ ਬਾਬਾ ਬੁੱਢਾ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਭੂਰਾ ਕੋਨਾ, ਜੋ ਮੰਜੀ ਸਾਹਿਬ ਤੋਂ ਮੇਰਾ ਸਮਾਂ ਕਥਾ ਵਿਚਾਰਾਂ ਕਰਦੇ ਰਹੇ, ਉਹਨਾਂ ਨੇ ਵੀ ਸਟੇਜ ਦੇ ਉੱਪਰ ਇਹ ਜ਼ਿਕਰ ਕੀਤਾ ਕਿ ਮਤ ਕਿਆ ਕਰੋ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਸਰਾਫ ਦੇ ਦਿੱਤਾ। ਬਾਬਾ ਬੁੱਢਾ ਜੀ ਤੇ ਖੁਸ਼ੀ ਬੜੇ ਹੋਏ, ਸਗੋਂ ਕਹਿਣ ਲੱਗੇ ਮਾਤਾ ਜੀ ਇੱਕ ਮਾਂ ਹੀ ਜਾਣ ਸਕਦੀ ਹੈ, ਮੇਰੇ ਬੱਚੇ ਨੂੰ ਭੁੱਖ ਲੱਗੀ ਹੋਈ ਹੈ, ਲਿਆਓ ਪ੍ਰਸ਼ਾਦਾ ਛਕੀਏ। ਤੇ ਗੁਰਮੁਖੋ ਜਦੋਂ ਸੰਗਤੀ ਰੂਪ ਵਿੱਚ ਪ੍ਰਸ਼ਾਦਾ ਛਕਣ ਲੱਗੇ ਨਾ, ਇਹ ਗੁਰਮਤਿ ਦਾ ਸਿਧਾਂਤ ਹੈ। ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮੇ ਪਾਏ, ਜਾਂ ਜਿਸਕਾ ਦੀਆ ਪਹਿਨੇ ਖਾਏ, ਤਿਸ ਸਿਉ ਆਲਸ ਕਿਉਂ ਬਣੇ ਮਾਏ। ਗੁਰੂ ਕਾ ਸਿੱਖ ਜਦੋਂ ਪ੍ਰਸ਼ਾਦਾ ਪਾਣੀ ਛਕਦਾ ਹੈ ਨਾ, ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ, ਤਨ ਤੇ ਬਸਤਰ ਪਹਿਨਦਾ ਹੈ, ਸ਼ੁਕਰਾਨਾ ਕਰਦਾ ਹੈ। ਉਹ ਗੱਡੀ ਮੋਟਰ ਤੇ ਜਾਂਦਾ ਹੈ, ਸਲਫ ਮਾਰਦਾ ਹੈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ। ਉਹ ਇਧਰੋਂ ਉਧਰੋਂ ਚੱਲ ਕੇ ਕਾਰੋਬਾਰ ਵਪਾਰ ਕਰਕੇ ਆਪਣੇ ਘਰ ਵਿੱਚ ਆਉਂਦਾ ਹੈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਸ਼ੁਕਰਾਨੇ ਦੀ, ਨਾਲ ਹੀ ਕਿਹਾ ਸੀ ਵਾਹਿਗੁਰੂ ਅਕਾਲ ਪੁਰਖ ਜੀ ਮਾਤਾ ਜੀ ਨੂੰ ਵੀ ਸੰਤਾਨ ਦੀ ਦਾਤ ਬਖਸ਼ੋ। ਤੇ ਮਾਤਾ ਜੀ ਦੇ ਨੈਣਾਂ ਵਿੱਚ ਵਿਰਾਗਮਈ ਅਥਰੂ ਆ ਗਏ। ਬਾਬਾ ਬੁੱਢਾ ਜੀ ਨੇ ਬੜੇ ਕੌਨਫੀਡੈਂਸ ਨਾਲ ਇਹ ਗੱਲ ਕੀਤੀ। ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਕਰਤਾ ਲਿਖਦਾ ਹੈ, ਕਹਿੰਦੇ ਬਾਬਾ ਬੁੱਢਾ ਜੀ ਕਹਿਣ ਲੱਗੇ ਤੁਮਰੇ ਗ੍ਰੇ ਪ੍ਰਗਟੇਗਾ ਜੋਧਾ, ਜਾ ਕੋ ਬਲ ਗੁਣ ਕਿਨੋ ਨਾ ਸੋਧਾ। ਮਾਤਾ ਜੀ ਤੁਹਾਡੀ ਕੁੱਖ ਤੋਂ ਇਹੋ ਜਿਹਾ ਸੂਰਬੀਰ ਜੋਧਾ ਪੈਦਾ ਹੋਵੇਗਾ ਜਿਹੜਾ ਜ਼ਾਲਮਾਂ ਦੇ ਗੰਢੇ ਵਾਂਗ ਸਿਰ ਭੰਨ ਦੇਵੇਗਾ। ਸਨ 1594 ਵਿੱਚ ਮਾਤਾ ਗੰਗਾ ਜੀ ਬਾਬੇ ਬੁੱਢੇ ਦੀ ਬੀੜ ਗਏ, ਔਰ ਸਨ 1595 ਦੇ ਵਿੱਚ ਅਗਲੇ ਸਾਲ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਗੰਗਾ ਜੀ ਦੀ ਕੁੱਖ ਤੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ। ਸੋ ਮੈਂ ਇਹਨੂੰ ਹੁਣ ਥੋੜਾ ਜਿਹਾ ਸੰਖੇਪ ਕਰ ਦੇਵਾਂ 2-4 ਮਿੰਟ ਦੇ ਵਿੱਚ ਹੀ, ਜੇ ਅਸੀਂ ਸੌਖੇ ਢੰਗ ਦੇ ਨਾਲ ਇਹਨੂੰ ਸਮਝਣਾ ਹੋਵੇ। ਬਚਪਨ ਦੇ ਵਿੱਚ ਬਲਕਿ ਬਾਲ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਦੀ ਦਾਤ ਲੈਣ ਵਾਲਾ ਪਹਿਲਾ ਸਿੱਖ ਹੈ ਬਾਬਾ ਬੁੱਢਾ ਜੀ।
दूसरे पातशाह तो पंजवें छेवें पातशाह तक पंज गुरु ਸਾਹਿਬਾਨ ਨੂੰ ਗੁਰਿਆਈ ਦੀ ਰਸਮ ਅਦਾ ਕਰਨ ਦਾ ਸੁਭਾਗ ਪ੍ਰਾਪਤ ਕਰਨ ਵਾਲਾ ਪਹਿਲਾ ਸਿੱਖ ਹੈ ਬਾਬਾ ਬੁੱਢਾ ਜੀ। ਗੁਰੂ ਜੀ ਦੇ ਹੁਕਮ ਦੇ ਨਾਲ ਬੌਲੀ ਸਾਹਿਬ ਦਾ ਟੱਕ ਲਗਵਾਉਣ ਵਾਲਾ ਪਹਿਲਾ ਸਿੱਖ ਹੈ ਬਾਬਾ ਬੁੱਢਾ ਜੀ। ਔਰ ਅੰਮ੍ਰਿਤਸਰ ਦੀ ਮੋਹੜੀ ਗੱਡਣ ਸਮੇਂ ਇੱਕ ਸਿਆਣੇ ਸਲਾਹਕਾਰ ਵਜੋਂ ਚੁਣਿਆ ਜਾਣ ਵਾਲਾ ਸਿੱਖ ਹੈ ਬਾਬਾ ਬੁੱਢਾ ਜੀ, ਪਹਿਲਾ ਸਿੱਖ ਹੈ। ਔਰ ਪਹਿਲਾ ਸਿੱਖ ਬਾਬਾ ਬੁੱਢਾ ਜੀ ਹੈ ਜਿਹਨੇ ਗੁਰੂ ਪਰਿਵਾਰ ਵਾਸਤੇ ਅਰਦਾਸ ਕੀਤੀ ਹੈ, ਪਹਿਲਾ ਸਿੱਖ। ਸੋ ਪਹਿਲਾ ਸਿੱਖ ਹੈ ਬਾਬਾ ਬੁੱਢਾ ਜੀ ਜਿਹਨੇ ਗੁਰੂ ਦਾ ਨਾਮਕਰਨ ਕੀਤਾ ਹੋਵੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ ਸੀ। ਜਦੋਂ ਪੜ੍ਹਨ ਲਿਖਣ ਦੇ ਯੋਗ ਹੋਏ ਤੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਵਿਦਵਾਨ ਜਨਾਂ ਦੇ ਮੁਤਾਬਕ 64 ਪ੍ਰਕਾਰ ਦੀ ਵਿਦਿਆ ਜਿਹੜੀ ਸੀ ਸਿਖਲਾਉਣ ਦੇ ਵਿੱਚ ਰੋਲ ਅਦਾ ਕਰਨ ਵਾਲਾ ਪਹਿਲਾ ਸਿੱਖ ਸੀ ਬਾਬਾ ਬੁੱਢਾ ਜੀ। ਔਰ ਇਸ ਮਹਾਨ ਗ੍ਰੰਥ ਦੇ ਪਹਿਲੇ ਮਹਾਨ ਗ੍ਰੰਥੀ ਬਣਨ ਵਾਲੇ ਸਨ ਧੰਨ ਬਾਬਾ ਬੁੱਢਾ ਸਾਹਿਬ ਜੀ। ਪਹਿਲਾ ਸਿੱਖ ਹੈ ਬਾਬਾ ਬੁੱਢਾ ਜੀ ਜਿਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਇਸ ਪੰਜ ਭੂਤਕ ਸਰੀਰ ਨੂੰ ਛੱਡਿਆ। ਪਹਿਲਾ ਸਿੱਖ ਹੈ ਬਾਬਾ ਬੁੱਢਾ ਜੀ ਜਿਨ੍ਹਾਂ ਦੀ ਅਰਥੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋਢਾ ਦਿੱਤਾ। ਔਰ ਪਹਿਲਾ ਸਿੱਖ ਬਾਬਾ ਬੁੱਢਾ ਜੀ ਹੈ ਜਿਨ੍ਹਾਂ ਦੀ ਜ਼ਾਤ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਮੌਜੂਦਗੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਹਿਜ ਪਾਠ ਕਰਵਾਇਆ ਸੀ। ਸੋ ਕਿੰਨੀਆਂ ਕੁ ਅਸੀਂ ਬਖਸ਼ਿਸ਼ਾਂ ਦੀ ਗੱਲ ਕਰੀਏ, ਮੈਂ ਤੇ ਇੰਝ ਹੀ ਕਹਿ ਸਕਦਾ ਹਾਂ ਕਿ ਅਪਾਰ ਬਖਸ਼ਿਸ਼ਾਂ ਦੇ ਪਾਤਰ ਸਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹੁਣ ਦੇਖੋ, ਐਸੀ ਅਵਸਥਾ ਵਾਲੇ ਗੁਰੂ ਕੇ ਪਿਆਰੇ ਸਿੱਖ ਦਾ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ, ਫਿਰ ਇਹਦੇ ਨਾਲੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਆ? ਇਹਦੇ ਨਾਲੋਂ ਚੰਗੇਰੇ ਭਾਗ ਹੋਰ ਕੀ ਹੋ ਸਕਦੇ ਆ? ਇਹ ਤੇ ਕੋਟਾਨਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਬਦੌਲਤ ਦੇ ਸਦਕਾ ਸਾਡੇ ਬਹੁਤ ਸਨਮਾਨਯੋਗ ਮਾਤਾ ਜਸਵਿੰਦਰ ਕੌਰ ਜੀ ਔਰ ਬਾਬਾ ਅਮਰੀਕ ਸਿੰਘ ਜੀ, ਬੀਬੀ ਕੁਲਜਿੰਦਰ ਕੌਰ, ਸੋ ਸਾਰੇ ਆਪ ਸੰਗਤਾਂ ਦੇ ਸਹਿਯੋਗ ਨਾਲ, ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਅੱਜ ਦੇ ਇਸ ਸ਼ੁਭ ਦਿਹਾੜੇ ਨੂੰ ਮਨਾ ਰਹੇ ਹੋ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਗੁਰੂ ਘਰ ਦੇ ਕੀਰਤਨੀਆਂ ਨੇ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਹੈ। ਢਾਡੀ ਕਵੀਸ਼ਰ ਪ੍ਰਚਾਰ ਕਬੀਰ ਸਾਰੇ ਪਹੁੰਚੇ ਹੋਏ ਨੇ। ਮੈਂ ਸਾਰੇ ਜਥਿਆਂ ਨੂੰ ਜੀਓ ਆਇਆਂ ਵੀ ਕਹਿਣਾ ਔਰ ਸਰਬੱਤ ਸੰਗਤਾਂ ਦੇ ਸਹਿਤ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਸੋ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਇਸ ਅਸਥਾਨ ਤੇ ਹਾਜ਼ਰੀ ਲਵਾਉਣ ਦਾ ਅਵਸਰ ਮਿਲਿਆ ਹੈ। ਔਰ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਮੁੰਡਾ ਪਿੰਡ ਵਾਲੇ ਜੋ ਥਾਂ ਦਾ ਪਿਆਰ ਦਿੰਦੇ ਨੇ, ਉਹ ਵੀ ਸ਼ੋਭਨੀਕ ਨੇ। ਔਰ ਸਾਰੀ ਸੰਗਤ, ਮੇਰੇ ਗੁਰੂ ਦੀ ਪਿਆਰੀ ਸੰਗਤ, ਮੈਂ ਬੇਨਤੀ ਕਰਾਂ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚੋਂ ਕੁਝ ਸੁੱਚੇ ਮੋਤੀ ਚੁਗਦਿਆਂ ਇੱਕ ਨਹੀਂ ਬੇਅੰਤੀ ਭੁੱਲਾਂ ਹੋਈਆਂ ਹੋਣੀਆਂ, ਮੈਨੂੰ ਬਖਸ਼ ਦਿਓ। ਔਰ ਨਾਲ ਮੇਰੇ ਵਾਸਤੇ ਅਰਦਾਸ ਜ਼ਰੂਰ ਕਰ ਦਿਓ ਕਿ ਜਿੰਨੇ ਕੁ ਸਵਾਸ ਰਹਿੰਦੇ ਨੇ, ਜਿੰਨੀ ਕੁ ਸਤਿਗੁਰਾਂ ਨੇ ਸੇਵਾ ਲੈਣੀ ਹੈ, ਬਸ ਗੁਰਮਤਿ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰਵਾ ਲੈਣ, ਬਸ ਇਹੀ ਇੱਕ ਮਨਸ਼ਾ ਹੈ। ਮੇਰੇ ਸਤਿਗੁਰਾਂ ਨੇ ਦੇਣ ਵੱਲੋਂ ਕਸਰ ਕੋਈ ਨਹੀਂ ਛੱਡੀ, ਨਾ ਪੈਸੇ ਵੱਲੋਂ ਨਾ ਨਾਮ ਵੱਲੋਂ, ਕਿਸੇ ਪਾਸੇ ਤੋਂ ਵੀ। ਔਰ ਇਹ ਮੇਰੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੈ, ਮੈਂ ਸਿਰਫ ਬੇਨਤੀ ਕਰਨ ਲੱਗਾ ਹੈ। ਸਭ ਤੋਂ ਪਹਿਲੀ ਮੇਰੀ ਪੁਸਤਕ ਜਿਹੜੀ ਸੀ ਜੋ ਬਾਬਾ ਬੁੱਢਾ ਜੀ ਨੇ ਕਿਰਪਾ ਕਰਕੇ ਆਪਣੇ ਜੀਵਨ ਦੇ ਉੱਪਰ ਲਿਖਵਾਈ ਸੀ, ਜਨਮ ਸਾਖੀ ਬਾਬਾ ਬੁੱਢਾ ਜੀ। ਔਰ ਦੂਸਰੀ ਪੁਸਤਕ ਹੈ ਸ਼ਹੀਦ ਬਾਬਾ ਜੀਵਨ ਸਿੰਘ ਜੀਵਨ ਰਚਨਾ ਤੇ ਵਿਆਖਿਆ। ਔਰ ਤੀਸਰੀ ਪੁਸਤਕ ਹੈ ਬਹਾਦਰ ਬਾਬਾ ਬਿਧੀ ਚੰਦ ਜੀ। ਔਰ ਚੌਥੀ ਪੁਸਤਕ ਹੈ ਸੱਚ ਸੁਣਾਈ ਸੀ। ਔਰ ਪੰਜਵੀਂ ਪੁਸਤਕ ਜਿਹੜੀ ਉਹ ਬਾਬਾ ਦੀਪ ਸਿੰਘ ਜੀ ਦੇ ਉੱਪਰ ਜਿਹੜੀ ਹੈ ਸਤਿਗੁਰੂ ਕਿਰਪਾ ਕਰਕੇ ਸੇਵਾ ਲੈ ਲੈਣ। ਅਰਦਾਸ ਕਰਿਓ ਜਿੰਨਾ ਕੁ ਵੀ ਸਮਾਂ ਸਤਿਗੁਰਾਂ ਨੇ ਸੇਵਾ ਲੈਣੀ ਹੈ ਆਪਣੀ ਭੈ ਭਾਵਨੀ 'ਚ ਰੱਖਦਿਆਂ ਹੋਇਆਂ ਧਰਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰਵਾ ਲੈਣ। ਤੁਹਾਡੀ ਅਰਦਾਸ ਵਿਅਰਥ ਨਹੀਂ ਜੇ ਜਾਣੀ, ਬਿਰਥੀ ਕਦੇ ਨਾ ਹੋਵੀ। ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।